Good morning, students. I hope you all are fit and fine. Myself, Kulbir, lecturer political science, Government Senior Secondary Smart School ਦੀ ਮਾਲ ਅੰਮ੍ਰਿਤਸਰ ਤੋਂ ਆਪਣੇ ਸਾਰੇ ਹੀ ਪੋਲੀਟੀਕਲ ਸਾਇੰਸ ਦੇ ਸਟੂਡੈਂਟਸ ਦਾ ਸਾਰੇ ਟੀਚਰ ਸਹਿਬਾਨ ਦਾ ਵੈਲਕਮ ਕਰਦੀ ਹਾਂ। ਸਟੂਡੈਂਟਸ, ਅੱਜ ਅਸੀਂ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਇਸ ਦਾ ਸੈਕਿੰਡ ਪਾਰਟ ਕਰਾਂਗੇ। ਫਸਟ ਪਾਰਟ ਦੇ ਵਿੱਚ ਅਸੀਂ ਪਾਰਲੀਮੈਂਟਰੀ ਗਵਰਨਮੈਂਟ ਜਿਹੜੀ ਸੀ ਉਹ ਡਿਸਕਸ ਕੀਤੀ ਸੀ, ਉਹਦੇ ਕਰੈਕਟਰਿਸਟਿਕਸ, ਮੈਰਿਟ, ਡੀਮੈਰਿਟਸ ਕੀਤੇ ਸੀ। ਸੋ ਅੱਜ ਦਾ ਜਿਹੜਾ ਮੇਨ ਫੋਕਸ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਐਂਡ ਡਿਫਰੈਂਸ ਬਿਟਵੀਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਐਂਡ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸਟੂਡੈਂਟਸ, ਮੈਂ ਨਾਲ ਹੀ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਇਹ ਟੌਪਿਕ ਤੁਹਾਡੇ ਸਿਲੇਬਸ ਦਾ ਹਿੱਸਾ ਹੈ, ਇਹ ਨਾਲ ਇਹ ਤੁਹਾਡੀ ਜਨਰਲ ਅਵੇਅਰਨੈਸ ਦੇ ਵਿੱਚ ਬਹੁਤ ਜ਼ਿਆਦਾ ਨੌਲੇਜ ਵਧਾਉਂਦਾ ਹੈ, ਕਿਉਂਕਿ ਅੱਜ ਦੇ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਨੂੰ ਇਹ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਿਹੜੀ ਸਰਕਾਰ ਦਾ ਜਿਹੜਾ ਸਰੂਪ ਹੈ ਉਹ ਕੰਮ ਕਰ ਰਿਹਾ ਹੈ। So now students, let's go for the topic parliamentary and presidential form of government, ਸੰਸਦੀ ਤੇ ਪ੍ਰਧਾਨਗੀ ਸਰਕਾਰ, political science +1 ਦਾ ਟੌਪਿਕ ਹੈ। ਸੈਕਿੰਡ ਪਾਰਟ ਕਰ ਰਹੇ ਹਾਂ। ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ, ਪ੍ਰਧਾਨਗੀ ਸਰਕਾਰ ਕੀ ਹੁੰਦੀ ਹੈ? ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਕਿ ਪ੍ਰਧਾਨਗੀ ਸਰਕਾਰ ਕੀ ਹੁੰਦੀ ਹੈ, ਇਸ ਦੇ ਬਾਰੇ ਲਿਖੋ। ਸਟੂਡੈਂਟਸ, ਪਹਿਲਾਂ ਮੈਂ ਇੰਟਰੋਡਿਊਸ ਕਰਵਾ ਦਾਂ ਕਿ ਇਹ ਡੋਨਲਡ ਟਰੰਪ ਹਨ। ਇਹ ਸਾਬਕਾ ਰਾਸ਼ਟਰਪਤੀ ਹੋ ਗਏ ਨੇ ਹੁਣ ਅਮਰੀਕਾ ਦੇ, ਤੇ ਇਹਨਾਂ ਦੀ ਥਾਂ ਤੇ ਹੁਣ ਨਵੇਂ ਰਾਸ਼ਟਰਪਤੀ ਇਲੈਕਟ ਹੋਏ ਨੇ ਜਿਓ ਬਾਈਡਨ। ਸੋ ਸਟੂਡੈਂਟਸ, ਹੁਣ ਅਸੀਂ ਜਾਣਾਂਗੇ ਕਿ ਪ੍ਰਧਾਨਗੀ ਸਰਕਾਰ ਜਿਹੜੀ ਹੈ ਇਹ ਕੀ ਹੁੰਦੀ ਹੈ। ਪ੍ਰਧਾਨਗੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਕੋਈ ਸੰਬੰਧ ਨਹੀਂ ਹੁੰਦਾ। ਮੀਨਸ ਕਿ ਬੋਥ ਆਰ ਸੈਪਰੇਟ, ਦੋਨੋਂ ਹੀ ਅਲੱਗ-ਅਲੱਗ ਆਪਣੇ ਕਾਰਜ ਖੇਤਰ ਦੇ ਵਿੱਚ ਕੰਮ ਕਰਦੀਆਂ ਹਨ। ਮੁੱਖ ਕਾਰਜ ਸਾਧਕ ਮੁਖੀ ਹੀ ਵਾਸਤਵਿਕ ਕਾਰਜ ਸਾਧਕ ਮੁਖੀ ਹੁੰਦਾ ਹੈ। ਜਿਹੜਾ ਚੀਫ ਐਕਸੀਕਿਊਟਿਵ ਹੈ, ਮੁੱਖ ਕਾਰਜ ਸਾਧਕ ਮੁਖੀ, ਉਹ ਹੀ ਵਾਸਤਵਿਕ ਕਾਰਜ ਸਾਧਕ ਮੁਖੀ ਹੈ ਤੇ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਉਹ ਆਪਣੀਆਂ ਸ਼ਕਤੀਆਂ ਦਾ ਵਾਸਤਵਿਕ ਰੂਪ ਵਿੱਚ ਪ੍ਰਯੋਗ ਕਰਦਾ ਹੈ। ਮੁੱਖ ਕਾਰਜ ਸਾਧਕ ਮੁਖੀ ਆਪਣੇ ਮੰਤਰੀ ਮੰਡਲ ਦਾ ਨਿਰਮਾਣ ਖੁਦ ਕਰਦਾ ਹੈ। ਜਿਸ ਤਰ੍ਹਾਂ ਸਪੋਜ਼ ਅਮਰੀਕਾ ਦੇ ਇਹ ਰਾਸ਼ਟਰਪਤੀ ਬਣੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਮੁੱਖ ਕਾਰਜ ਸਾਧਕ ਮੁਖੀ ਹੋ ਗਏ ਰਾਸ਼ਟਰਪਤੀ ਜੀ, ਤੇ ਇਹ ਆਪਣੇ ਨਾਲ ਐਕਸੀਕਿਊਟਿਵ ਜਿਹੜਾ ਮੰਤਰੀ ਮੰਡਲ ਹੈ ਉਹਦਾ ਨਿਰਮਾਣ ਇਹ ਖੁਦ ਇੰਡੀਪੈਂਡੈਂਟਲੀ ਕਰਨਗੇ। ਮੈਂ ਤੁਹਾਨੂੰ ਇੱਥੇ ਡੋਨਲਡ ਟਰੰਪ ਦੀ ਪਿਕਚਰ, ਰਾਸ਼ਟਰਪਤੀ ਜੋ ਸਾਬਕਾ ਰਾਸ਼ਟਰਪਤੀ ਹੋ ਗਏ ਨੇ ਅਮਰੀਕਾ ਦੇ ਤੇ ਹੁਣ ਨਵੇਂ ਰਾਸ਼ਟਰਪਤੀ ਇਹ ਨਿਯੁਕਤ ਹੋਏ ਨੇ, ਕਿਉਂ ਦਿਖਾਈ ਹੈ ਬੱਚਿਓ? ਕਿਉਂਕਿ ਅਮਰੀਕਾ ਸਭ ਤੋਂ ਪਹਿਲਾ ਕੰਟਰੀ ਹੈ ਜਿੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜੀ ਹੈ ਉਹ ਲਾਗੂ ਹੋਈ ਸੀ ਤੇ ਕੰਮ ਕਰ ਰਹੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਇਹਨਾਂ ਨੇ ਜਿਓ ਬਾਈਡਨ ਜੀ ਜਿਸ ਤਰ੍ਹਾਂ ਨਵੇਂ ਰਾਸ਼ਟਰਪਤੀ ਬਣ ਗਏ ਅਮਰੀਕਾ ਦੇ, ਕਿਉਂਕਿ ਅਮਰੀਕਾ ਵਿੱਚ ਫਿਰ ਇੱਕ ਵਾਰੀ ਕਹਿ ਦਿੰਦੀ ਹਾਂ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈ, ਤਾਂ ਇਹਨਾਂ ਨੇ ਆਪਣਾ ਮੰਤਰੀ ਮੰਡਲ ਬਣਾਉਣਾ ਹੈ। ਤੇ ਜਿਹੜਾ ਆਪਣਾ ਮੰਤਰੀ ਮੰਡਲ ਇਹਨਾਂ ਨੇ ਟੀਮ ਲਈ, ਜਿਹੜੀ ਐਕਸੀਕਿਊਟਿਵ ਟੀਮ ਲਈ ਮੰਤਰੀ ਮੰਡਲ ਆਪਣੇ ਸਾਰੇ ਕੰਮਾਂ ਲਈ ਕਿਹਨਾਂ ਦੇ ਸਾਹਮਣੇ ਜ਼ਿੰਮੇਵਾਰ ਹੋਏਗਾ? ਰਾਸ਼ਟਰਪਤੀ ਦੇ ਸਾਹਮਣੇ ਜ਼ਿੰਮੇਵਾਰ ਹੋਏਗਾ। ਸੋ ਸਟੂਡੈਂਟਸ, ਕੁਐਸਚਨ ਆਉਂਦਾ ਹੈ ਕਿ ਪ੍ਰਧਾਨਗੀ ਸਰਕਾਰ ਕੀ ਹੁੰਦੀ ਹੈ, ਐਂਡ ਯੂ ਕੈਨ ਰਾਈਟ ਦਿਸ। ਸੋ ਇਨ the presidential government there is no relationship between executive and legislature, and chief executive is the real executive and he uses all the powers. Chief executive appoints the cabinet of ministers and cabinet of ministers are responsible towards chief executive. ਸੋ ਆਈ ਹੋਪ ਕਿ ਸਟੂਡੈਂਟਸ ਤੁਹਾਨੂੰ ਸਮਝ ਆ ਗਿਆ ਕਿ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜੀ ਹੈ ਉਹ ਕਿਸ ਨੂੰ ਕਹਿੰਦੇ ਹਨ, ਤੇ ਤੁਸੀਂ ਇਹ ਲਿਖ ਸਕਦੇ ਹੋ। ਪਲੀਜ਼ ਆਪਣਾ ਕਾਪੀ ਪੈਨ ਜ਼ਰੂਰ ਨਾਲ ਰੱਖਿਆ ਕਰੋ ਜਦੋਂ ਲੈਸਨ ਵਾਚ ਕਰ ਰਹੇ ਹੁੰਦੇ ਹੋ। ਸੋ ਹੁਣ ਮੈਂ ਡੈਫੀਨੇਸ਼ਨ ਲਈ ਹੈ ਪ੍ਰਧਾਨਗੀ ਸਰਕਾਰ ਦੀ, ਤਾਂ ਕਿ ਤੁਹਾਨੂੰ ਹੋਰ ਅੱਛੀ ਤਰ੍ਹਾਂ ਸਮਝ ਆ ਜਾਵੇ। ਗੈਟਲ ਅਨੁਸਾਰ ਪ੍ਰਧਾਨਗੀ ਸਰਕਾਰ ਉਹ ਰੂਪ ਹੈ ਜਿਸ ਵਿੱਚ ਕਾਰਜਪਾਲਿਕਾ ਆਪਣੇ ਕਾਰਜਕਾਲ ਅਤੇ ਕਾਫੀ ਹੱਦ ਤੱਕ ਆਪਣੀਆਂ ਨੀਤੀਆਂ ਅਤੇ ਕੰਮਾਂ ਲਈ ਵਿਧਾਨ ਮੰਡਲ ਤੋਂ ਸੁਤੰਤਰ ਹੁੰਦੀ ਹੈ। ਸੋ ਸਟੂਡੈਂਟਸ, ਕੀ ਇਹਦੀ ਸਪੈਸ਼ਲਿਟੀ? ਕਿ ਪ੍ਰਧਾਨਗੀ ਸਰਕਾਰ ਉਹ ਸਰਕਾਰ ਹੈ ਜਿਸ ਵਿੱਚ ਕਾਰਜਪਾਲਿਕਾ ਦੇ ਵਿੱਚ ਚੀਫ ਐਕਸੀਕਿਊਟਿਵ ਆ ਗਏ, ਜਿਸ ਤਰ੍ਹਾਂ ਕਿ ਅਮਰੀਕਾ ਦੇ ਵਿੱਚ ਪ੍ਰਧਾਨਗੀ ਸਰਕਾਰ ਹੈ ਤੇ ਉੱਥੋਂ ਦੇ ਰਾਸ਼ਟਰਪਤੀ ਆ ਗਏ, ਤੇ ਨਾਲ ਉਹਨਾਂ ਨੇ ਜਿਹੜਾ ਆਪਣਾ ਮੰਤਰੀ ਮੰਡਲ ਨਿਯੁਕਤ ਕੀਤਾ ਉਹ ਆ ਗਿਆ, ਸਾਰੀ ਕਾਰਜਪਾਲਿਕਾ ਆ ਗਈ, ਤੇ ਉਹਨਾਂ ਦਾ ਉਹ ਆਪਣੇ ਕਾਰਜਕਾਲ ਲਈ ਤੇ ਜਿਹੜੀਆਂ ਉਹ ਨੀਤੀਆਂ ਤੇ ਪ੍ਰੋਗਰਾਮ ਤੇ ਐਡਮਿਨਿਸਟ੍ਰੇਸ਼ਨ ਚਲਾਉਂਦੇ ਹਨ
ਉਹ ਵਿਧਾਨ ਪਾਲਿਕਾ ਤੋਂ ਬਿਲਕੁਲ ਸੁਤੰਤਰ ਹੋ ਕੇ ਚਲਾਉਂਦੇ ਹਨ, ਕਿਉਂਕਿ ਉਹ ਵਿਧਾਨ ਮੰਡਲ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੈ। ਫॉर द ਇੰਗਲਿਸ਼ ਮੀਡੀਅਮ ਸਟੂਡੈਂਟਸ ਟੂ, ਗੈਟਲ ਜੀ ਕੀ ਕਹਿ ਰਹੇ ਹਨ? Presidential government is that form of government in which the chief executive, who is chief executive? The real chief executive, like the president of America is the chief executive of America, is independent, बिल्कुल आज़ाद है, of the legislature, he is independent of the legislature as to his tenure, because his tenure is fixed। ਉਹਦਾ ਟਨਿਓਰ ਜਿਹੜਾ ਹੈ, ਜਿੰਨੇ ਲਾਈਕ ਉੱਥੋਂ ਦਾ ਰਾਸ਼ਟਰਪਤੀ 4 ਸਾਲ ਲਈ ਚੁਣਿਆ ਜਾਂਦਾ ਹੈ ਤੇ ਉਹ 4 ਸਾਲ ਲਈ ਆਪਣੇ ਅਹੁਦੇ ਤੇ ਰਹਿੰਦਾ ਹੈ, ਉਹਦਾ ਫਿਕਸ ਟਨਿਓਰ ਹੈ, ਮਿਆਦ। ਐਂਡ ਟੂ ਅ ਲਾਰਜ ਐਕਸਟੈਂਟ ਐਜ਼ ਟੂ ਦਾ ਪਾਲਿਸੀਜ਼ ਐਂਡ ਐਕਟਸ, ਮੀਨਸ ਹਿਜ਼ ਟਨਿਓਰ ਇਜ਼ ਫਿਕਸਡ, he uses all the real powers because he is the real chief executive, and he is the chief executive in the presidential form of government, is independent from the ਲੈਜਿਸਲੇਚਰ। ਸੋ ਸਟੂਡੈਂਟਸ, ਆਈ ਹੋਪ ਕਿ ਤੁਹਾਨੂੰ ਇਹ ਤੋਂ ਹੋਰ ਡਿਫਾਈਨ ਹੋਇਆ ਹੋਏਗਾ ਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਕੀ ਹੁੰਦੀ ਹੈ। ਅੱਗੇ ਵਧਦੇ ਹਾਂ। ਹੁਣ ਅਸੀਂ ਜਾਣਾਂਗੇ ਕਿ ਕਿਹੜੇ ਕੰਟਰੀਜ਼ ਹੈ ਜਿੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਕੰਮ ਕਰ ਰਹੀ ਹੈ। ਸਟੂਡੈਂਟਸ, ਮੈਂ ਸਿਰਫ 3 ਕੰਟਰੀਜ਼ ਲਏ ਹਨ, ਹੋਰ ਵੀ ਬਹੁਤ ਦੇਸ਼ਾਂ ਦੇ ਵਿੱਚ ਹੈ, ਸੋ ਇਹਨਾਂ ਨੂੰ ਤੁਸੀਂ ਇਹ ਨੇਮ ਯਾਦ ਰੱਖ ਲੈਣਾ। ਸਭ ਤੋਂ ਪਹਿਲਾਂ ਅਮਰੀਕਾ ਹੈ, ਜਿੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜੀ ਸੀ ਉਹ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਜਾਂ ਲਾਗੂ ਹੋਈ ਕਹਿ ਸਕਦੇ ਹੋ, ਨਾਲ ਉਹਦਾ ਫਲੈਗ ਹੈ। ਹੁਣ ਫਰਾਂਸ ਵਿੱਚ ਵੀ ਹੈ ਤੇ ਜਰਮਨੀ ਵਿੱਚ ਵੀ ਹੈ। ਤੁਹਾਨੂੰ ਆਬਜੈਕਟਿਵ ਟਾਈਪ ਦੇ ਵਿੱਚ ਕੁਐਸਚਨ ਆਉਂਦਾ ਹੈ, 2 ਨੰਬਰ ਦਾ ਕੁਐਸਚਨ ਆ ਸਕਦਾ ਹੈ ਕਿ ਉਹ ਦੇਸ਼ਾਂ ਦੇ ਨਾਮ ਲਿਖੋ ਜਿੱਥੇ ਪ੍ਰਧਾਨਗੀ ਸਰਕਾਰ ਹੈ। ਸੋ ਤੁਸੀਂ ਲਿਖ ਸਕਦੇ ਹੋ, ਹੋਰ ਵੀ ਬੜੇ ਦੇਸ਼ਾਂ ਵਿੱਚ ਹੈ, ਪਰ ਮੈਂ 3 ਮੇਨ ਕੰਟਰੀਜ਼ ਲਏ ਹਨ। ਨਾਓ ਸਟੂਡੈਂਟਸ, ਅੱਗੇ ਵਧਦੇ ਹਾਂ। ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਆਫ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਸਟੂਡੈਂਟਸ, ਜਦੋਂ ਅਸੀਂ ਫੀਚਰਸ ਕਰਦੇ ਹਾਂ ਤਾਂ ਇਹਦੇ ਨਾਲ ਸਾਨੂੰ ਹੋਰ ਨੌਲੇਜ ਮਿਲਦਾ ਹੈ ਕਿ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜੀ ਹੈ ਉਹ ਕੀ ਹੁੰਦੀ ਹੈ। ਸੋ ਫਸਟ ਹੈ ਮੁੱਖ ਕਾਰਜ ਸਾਧਕ ਮੁਖੀ ਹੀ ਅਸਲੀ ਕਾਰਜ ਸਾਧਕ ਮੁਖੀ ਹੈ। ਮੀਨਸ ਕਿ ਸਟੇਟ ਦਾ ਹੈਡ ਤੇ ਗਵਰਨਮੈਂਟ ਦਾ ਹੈਡ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਵਿੱਚ ਇੱਕ ਹੀ ਹੁੰਦਾ ਹੈ, ਐਂਡ ਹੀ ਇਜ਼ ਦਾ ਰੀਅਲ ਐਕਸੀਕਿਊਟਿਵ। ਚੀਫ ਐਕਸੀਕਿਊਟਿਵ ਇਜ਼ ਦਾ ਰੀਅਲ ਐਕਸੀਕਿਊਟਿਵ, ਤੇ ਉਹ ਹੀ ਅਸਲ ਵਿੱਚ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਜਿਹੜੀ ਵਰਤੋਂ ਹੈ ਉਹ ਕਰਦਾ ਹੈ। ਸੋ ਜਿੱਥੇ ਵੀ ਪ੍ਰਧਾਨਗੀ ਸਰਕਾਰ ਹੋਏਗੀ ਉੱਥੋਂ ਦੇ ਦੇਸ਼ ਦਾ ਇੱਕ ਹੀ ਮੁਖੀ ਹੋਏਗਾ, ਜਿਹੜਾ ਸਟੇਟ ਦਾ ਵੀ ਮੁਖੀ ਹੋਏਗਾ ਤੇ ਗਵਰਨਮੈਂਟ ਦਾ ਵੀ ਮੁਖੀ ਹੋਏਗਾ, ਤੇ ਉਹ ਹੀ ਰੀਅਲ ਐਕਸੀਕਿਊਟਿਵ ਹੋਏਗੀ। ਦੈਨ ਮੰਤਰੀ ਮੰਡਲ ਇੱਕ ਸਲਾਹਕਾਰ ਸਮਿਤੀ, ਕੈਬਨਿਟ ਓਨਲੀ ਐਨ ਐਡਵਾਈਜ਼ਰੀ ਬਾਡੀ। ਸੋ ਮੈਂ ਹੁਣੇ ਹੀ ਦੱਸਿਆ ਕਿ ਜਿਸ ਤਰ੍ਹਾਂ ਹੁਣੇ ਹੀ ਰਾਸ਼ਟਰਪਤੀ ਜਿਹੜੇ ਹਨ ਜਿਓ ਬਾਈਡਨ ਅਮਰੀਕਾ ਦੇ ਬਣੇ ਹਨ, ਤੇ ਉਹਨਾਂ ਨੇ ਆਪ ਹੀ ਆਪਣਾ ਮੰਤਰੀ ਮੰਡਲ ਜਿਹੜਾ ਹੈ ਉਹ ਬਣਾਉਣਾ ਹੈ। ਉਹਨਾਂ ਨੇ ਮੰਤਰੀ ਜਿਹੜੇ ਆ ਉਹਨਾਂ ਨੇ ਵਿਧਾਨ ਸਭਾ ਦੇ ਵਿੱਚੋਂ ਨਹੀਂ ਲੈਣੇ, ਬਲਕਿ ਉਹ ਆਪਣੀ ਮਰਜ਼ੀ ਦੇ ਹੀ ਮੰਤਰੀ ਲੈ ਸਕਦੇ ਹਨ, ਗੁਣਾਂ ਦੇ ਆਧਾਰ ਤੇ, ਨੌਲੇਜ ਦੇ ਆਧਾਰ ਤੇ, ਜੋ ਵੀ ਜਿਨ੍ਹਾਂ ਨੂੰ ਉਹ ਲਾਈਕ ਕਰਦੇ ਹਨ। ਬਟ ਮੰਤਰੀ ਮੰਡਲ ਇੱਕ ਸਲਾਹਕਾਰ ਸਮਿਤੀ, ਐਡਵਾਈਜ਼ਰੀ ਬਾਡੀ ਦੀ ਤਰ੍ਹਾਂ ਵਰਕ ਕਰਦਾ ਹੈ ਕਿ ਉਹ ਰਾਸ਼ਟਰਪਤੀ ਨੂੰ ਐਡਵਾਈਸ ਦੇ ਸਕਦਾ ਹੈ। ਇਹ ਉਹਦੀ ਰਾਸ਼ਟਰਪਤੀ ਦੀ ਮਰਜ਼ੀ ਹੈ ਕਿ ਉਹ ਉਸ ਦੀ ਐਡਵਾਈਸ ਮੰਨੇ ਜਾਂ ਨਾ ਮੰਨੇ। ਸੋ ਕੈਬਨਿਟ ਵਰਕਸ ਓਨਲੀ ਐਜ਼ ਐਨ ਐਡਵਾਈਜ਼ਰੀ ਬਾਡੀ। ਕਾਰਜਪਾਲਿਕਾ ਦੀ ਨਿਸ਼ਚਿਤ ਮਿਆਦ, ਫਿਕਸਡ ਟਨਿਓਰ ਆਫ ਦਾ ਐਕਸੀਕਿਊਟਿਵ। ਲਾਈਕ ਸਟੂਡੈਂਟਸ, ਹੁਣੇ ਹੀ ਅਮਰੀਕਾ ਦੇ ਵਿੱਚ ਇਲੈਕਸ਼ਨਸ ਹੋ ਕੇ ਹਟੀਆਂ, ਤਾਂ ਉੱਥੇ ਹੁਣ ਨਵੇਂ ਰਾਸ਼ਟਰਪਤੀ ਬਣੇ, ਬਟ ਉਹ ਹੀ ਇਜ਼ ਇਲੈਕਟਡ ਫਾਰ 4 years। ਉਹਨਾਂ ਦੀ ਅਹੁਦੇ ਤੇ ਰਹਿਣ ਦੀ ਮਿਆਦ ਜਿਹੜੀ ਹੈ ਉਹ 4 ਸਾਲ ਲਈ ਹੈ। ਸੋ ਉਹ ਆਪਣੀ ਨਿਸ਼ਚਿਤ ਮਿਆਦ, ਜਿਸ ਤਰ੍ਹਾਂ ਪਹਿਲਾਂ ਡੋਨਲਡ ਟਰੰਪ ਜੀ ਬਣੇ, ਉਹਨਾਂ ਨੇ 4 ਸਾਲ ਪੂਰੇ ਕੀਤੇ। ਉਸ ਤੋਂ ਪਹਿਲਾਂ ਓਬਾਮਾ ਜੀ 2 ਵਾਰੀ ਬਣੇ, ਉਹਨਾਂ ਨੇ 4-4 ਸਾਲ 2 ਵਾਰੀ ਪੂਰੇ ਕੀਤੇ। ਹੁਣ ਜਿਸ ਤਰ੍ਹਾਂ ਜਿਓ ਬਾਈਡਨ ਹੈ ਤੇ ਇਹ 4 ਸਾਲ ਲਈ ਚੁਣੇ ਗਏ ਹਨ। ਸੋ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੀ ਖਾਸ ਵਿਸ਼ੇਸ਼ਤਾ ਕੀ ਹੈ ਕਿ ਐਕਸੀਕਿਊਟਿਵ ਦਾ ਫਿਕਸ ਟਨਿਓਰ ਹੈ। ਦੈਨ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦਾ ਕੋਈ ਸੰਬੰਧ ਨਹੀਂ ਹੈ। ਨੋ ਰਿਲੇਸ਼ਨਸ਼ਿਪ ਬਿਟਵੀਨ ਐਕਸੀਕਿਊਟਿਵ ਐਂਡ ਲੈਜਿਸਲੇਚਰ। ਦ ਸਪੈਸ਼ਲ ਫੀਚਰ ਆਫ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ that executive and legislature don't have any relationship। executive ਬਿਲਕੁਲ ਡਿਫਰੈਂਟ ਕਾਰਜ ਖੇਤਰ 'ਚ ਕੰਮ ਕਰਦੀ ਹੈ ਤੇ ਲੈਜਿਸਲੇਚਰ ਦਾ ਆਪਣਾ ਏਰੀਆ ਹੈ। ਮਤਲਬ ਕਿ ਸੈਪਰੇਸ਼ਨ ਆਫ ਪਾਵਰਸ ਦੀ ਥਿਊਰੀ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੁੰਦੀਆਂ ਹਨ। ਅਲੱਗ-ਅਲੱਗ ਸ਼ਕਤੀਆਂ ਜਿਹੜੀਆਂ ਹਨ ਇਹ ਆਪਣੇ ਏਰੀਏ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੈ, ਇਹਨਾਂ ਦਾ ਆਪਸ 'ਚ ਕੋਈ ਸਬੰਧ ਨਹੀਂ ਹੁੰਦਾ। ਅੱਗੇ ਵਧਦੇ ਹਾਂ।
ਕੈਰੀ ਔਨ ਕਰ ਰਹੀ ਹਾਂ ਫੀਚਰਸ ਆਫ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ। ਮੰਤਰੀ ਮੰਡਲ ਕਾਰਜ ਸਾਧਕ ਮੁਖੀ ਦੇ ਸਾਹਮਣੇ ਜ਼ਿੰਮੇਵਾਰ ਹੈ। ਕੈਬਨਿਟ ਇਜ਼ ਰਿਸਪੌਂਸਿਬਲ ਟੂ ਚੀਫ ਐਗਜ਼ੀਕਿਊਟਿਵ ਹੈਡ। ਸਟੂਡੈਂਟਸ, ਮੈਂ ਤੁਹਾਨੂੰ ਸ਼ੁਰੂ 'ਚ ਇੰਟਰੋਡਿਊਸ ਕਰਵਾਏ ਜਦੋਂ ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਬਾਈਡਨ ਜਿਸ ਤਰ੍ਹਾਂ ਹੁਣ ਨਵੇਂ ਬਣੇ ਹਨ, ਤਾਂ ਉਹਨਾਂ ਨੇ ਆਪ ਹੀ ਆਪਣੀ ਜਿਹੜੀ ਟੀਮ ਹੈ ਮੰਤਰੀਆਂ ਦੀ ਉਹ ਚੁਣਨੀ ਹੈ। ਉਹਨਾਂ ਨੇ ਕਿਹੜੇ ਏਰੀਆ ਤੋਂ ਲੈਣੀ ਹੈ ਇਹ ਉਹਨਾਂ ਦੀ ਮਰਜ਼ੀ ਹੈ, ਔਰ ਉਹ ਆਪ ਹੀ ਮੰਤਰੀ ਮੰਡਲ ਬਣਾਉਂਦੇ ਹਨ। ਤੇ ਜਿਹੜਾ ਮੰਤਰੀ ਮੰਡਲ ਹੈ, ਜਿਹੜੇ ਮਿਨਿਸਟਰਸ ਉਹਨਾਂ ਨੇ ਲਏ ਆਪਣੇ ਨਾਲ, ਦੇ ਆਰ ਰਿਸਪੌਂਸਿਬਲ ਫॉर देयर ਵਰਕਸ ਟੂ ਦਾ ਚੀਫ ਐਗਜ਼ੀਕਿਊਟਿਵ। ਮੀਨਸ ਕਿ ਜਿਹੜੇ ਇਹ ਮੰਤਰੀ ਮੰਡਲ ਹੈ, ਜਿਹੜਾ ਉੱਥੋਂ ਦੇ ਰਾਸ਼ਟਰਪਤੀ ਹੋਣਗੇ, ਕਿਸੇ ਵੀ ਹੋਰ ਦੇਸ਼ ਦੇ ਵੀ ਹੋ ਸਕਦੇ, ਜਿੱਥੇ ਫਰਾਂਸ ਦੇ ਵੀ ਹੋ ਸਕਦੇ, ਜਰਮਨੀ ਦੇ ਵੀ ਹੋ ਸਕਦੇ, ਜਿਹੜਾ ਮੰਤਰੀ ਮੰਡਲ ਹੈ ਜਿਹਨੂੰ ਉੱਥੋਂ ਦਾ ਚੀਫ ਐਗਜ਼ੀਕਿਊਟਿਵ, ਜਿਸ ਨੂੰ ਰਾਸ਼ਟਰਪਤੀ ਪ੍ਰੈਜ਼ੀਡੈਂਟ ਅਸੀਂ ਕਹਿੰਦੇ ਹਾਂ, ਉਹ ਬਣਾਉਂਦਾ ਹੈ। ਤੇ ਮੰਤਰੀ ਮੰਡਲ ਜਿਹੜਾ ਹੈ ਉਹ ਚੀਫ ਐਗਜ਼ੀਕਿਊਟਿਵ ਦੇ ਸਾਹਮਣੇ ਜ਼ਿੰਮੇਵਾਰ ਹੁੰਦਾ ਹੈ ਆਪਣੇ ਕੰਮਾਂ ਵਾਸਤੇ। ਕਾਰਜ ਸਾਧਕ ਦੇ ਕਾਰਜ ਸਾਧਕੀ ਹੀ ਹੁੰਦੇ ਹਨ। ਫੰਕਸ਼ਨ ਆਫ ਐਗਜ਼ੀਕਿਊਟਿਵ ਆਰ ਓਨਲੀ ਆਫ ਐਗਜ਼ੀਕਿਊਟਿਵ ਨੇਚਰ। ਇਹਦੇ ਵਿੱਚ ਇੱਕ ਹੋਰ ਵਿਸ਼ੇਸ਼ਤਾ ਹੈ ਕਿ ਜਿਹੜੇ ਐਗਜ਼ੀਕਿਊਟਿਵ ਕੰਮ ਹਨ, ਮਤਲਬ ਆਪਣੇ ਆਪਣੇ ਮਹਿਕਮਿਆਂ ਦੇ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਸ ਨੂੰ ਸਾਂਭਣਾ, ਉਹ ਹੀ ਕੰਮ ਹੁੰਦੇ ਹਨ। ਇਸ ਤੋਂ ਜਿਹੜੇ ਮੰਤਰੀ ਹਨ ਉਹ ਵਿਧਾਨ ਪਾਲਿਕਾ ਵਿੱਚ ਨਹੀਂ ਜਾਂਦੇ, ਬਿੱਲ ਨਹੀਂ ਪਾਸ ਕਰਾਉਂਦੇ, ਕੁਝ ਨਹੀਂ ਕਰਦੇ, ਮੀਟਿੰਗਸ ਵਿੱਚ ਹਿੱਸਾ ਨਹੀਂ ਲੈਂਦੇ, ਬਲਕਿ ਆਪਣੇ ਕਾਰਜ ਖੇਤਰ ਵਿੱਚ ਹੀ ਕੰਮ ਕਰਦੇ ਹਨ। ਦੈਨ ਫਿਕਸਡ ਟੈਨਿਓਰ ਆਫ ਲੈਜਿਸਲੇਚਰ। ਵਿਧਾਨ ਪਾਲਿਕਾ ਦੀ ਨਿਸ਼ਚਿਤ ਮਿਆਦ ਹੁੰਦੀ ਹੈ। ਦਾ ਸਪੈਸ਼ਲ ਫੀਚਰ ਆਫ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਇਹ ਕੀ ਹੈ ਕਿ ਜਿਹੜਾ ਉੱਥੋਂ ਦਾ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਉਸ ਦੀ ਮਿਆਦ ਜਿਹੜੀ ਹੈ ਉਹ ਫਿਕਸ ਹੈ। ਲਾਈਕ 2 ਸਾਲ ਲਈ ਉਹ ਚੁਣਿਆ ਜਾਂਦਾ ਹੈ ਤੇ 2 ਸਾਲ ਲਈ ਹੀ ਉਸ ਦੀ ਮਿਆਦ ਰਹਿੰਦੀ ਹੈ। ਉਸ ਨੂੰ ਪਹਿਲਾਂ ਤੋਂ ਭੰਗ ਨਹੀਂ ਕੀਤਾ ਜਾਂਦਾ। ਜਿਸ ਤਰ੍ਹਾਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ 'ਚ ਆਪਾਂ ਡਿਸਕਸ ਕੀਤਾ ਸੀ ਕਿ ਉਹਨੂੰ ਲੋਕ ਸਭਾ ਨੂੰ ਭੰਗ ਕੀਤਾ ਜਾ ਸਕਦਾ ਹੈ, ਪਰ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵਿੱਚ ਲੈਜਿਸਲੇਚਰ ਨੂੰ ਸਮੇਂ ਤੋਂ ਪਹਿਲਾਂ ਡਿਸੋਲਵ ਨਹੀਂ ਕੀਤਾ ਜਾਂਦਾ। ਸਟੂਡੈਂਟਸ ਇਹ ਯਾਦ ਰੱਖ ਲੈਣਾ। ਨਾਓ ਸਟੂਡੈਂਟਸ, ਤੁਹਾਨੂੰ ਇਹਦੇ ਤੇ ਕੁਐਸਚਨ ਆਉਂਦਾ ਹੈ, ਰਾਈਟ ਡਾਊਨ ਦਾ ਕਰੈਕਟਰਿਸਟਿਕਸ ਆਫ ਦਾ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਸੋ ਅਸੀਂ ਇਹ ਕੀ ਕੀਤੀਆਂ, ਫੀਚਰਸ ਜਾਂ ਕਰੈਕਟਰਿਸਟਿਕਸ ਜਾਂ ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਅਸੀਂ ਡਿਸਕਸ ਕੀਤਾ ਹੈ। ਆਈ ਹੋਪ ਕਿ ਤੁਹਾਨੂੰ ਸਟੂਡੈਂਟਸ ਇਹ ਸਮਝ ਆਈਆਂ ਤੇ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। ਇੱਥੇ ਤੁਹਾਨੂੰ 4 ਨੰਬਰ ਦਾ ਕੁਐਸਚਨ ਆ ਸਕਦਾ ਹੈ, 6 ਨੰਬਰ ਦਾ ਕੁਐਸਚਨ ਵੀ ਇਹਦੇ ਤੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪ੍ਰਧਾਨਗੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਉਹਨਾਂ ਨੂੰ ਵਰਣਨ ਕਰੋ। ਹੁਣ ਅੱਗੇ ਵਧਦੇ ਹਾਂ। ਹੁਣ ਅਸੀਂ ਇਸ ਦੇ ਬਾਰੇ ਕੁਝ ਮੈਰਿਟਸ ਲਵਾਂਗੇ ਕਿ ਪ੍ਰਧਾਨਗੀ ਸਰਕਾਰ ਦੇ ਗੁਣ ਕਿਹੜੇ-ਕਿਹੜੇ ਹਨ। ਮੈਰਿਟਸ ਆਫ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਸਭ ਤੋਂ ਪਹਿਲਾਂ ਕੀ ਹੈ ਕਿ ਸਟੇਬਲ ਗਵਰਨਮੈਂਟ ਹੈ, ਸਥਿਰ ਸਰਕਾਰ ਹੈ। ਲਾਈਕ the president is elected and his tenure is fixed for 4 years, like in America 4 ਸਾਲ ਲਈ ਪ੍ਰੈਜ਼ੀਡੈਂਟ ਜਿਹੜੇ ਹਨ ਉਹ ਚੁਣੇ ਗਏ ਹਨ, ਉਹਨਾਂ ਦਾ ਟੈਨਿਓਰ ਫਿਕਸ ਹੈ, ਉਹਨਾਂ ਨੂੰ ਸਮੇਂ ਤੋਂ ਪਹਿਲਾਂ ਜਿਹੜਾ ਹੈ ਉਹ ਹਟਾਇਆ ਨਹੀਂ ਜਾ ਸਕਦਾ। ਇਸ ਕਰਕੇ ਇਹਨੂੰ ਸਟੇਬਲ ਗਵਰਨਮੈਂਟ ਕਿਹਾ ਜਾਂਦਾ ਹੈ। ਮੀਨਸ ਕਿ ਇੱਕ ਵਾਰੀ ਇਲੈਕਟਡ ਹੋ ਗਈ ਤੇ ਜਿੰਨਾ ਸਮਾਂ ਉਹਨਾਂ ਦਾ ਟੈਨਿਓਰ ਹੈ ਉਹ ਆਪਣੇ ਅਹੁਦੇ ਤੇ ਰਹਿੰਦੇ ਹਨ। ਸੋ ਇਹਦਾ ਸਪੈਸ਼ਲ ਮੈਰਿਟ ਹੈ। ਦੈਨ ਸਟਰੋਂਗ ਗਵਰਨਮੈਂਟ, ਮਜ਼ਬੂਤ ਸਰਕਾਰ ਹੈ। ਸੈਕਿੰਡ ਇਹਦਾ ਮੈਰਿਟ ਹੈ ਕਿ ਇਸ ਨੂੰ ਮਜ਼ਬੂਤ ਸਰਕਾਰ ਕਿਹਾ ਜਾਂਦਾ ਹੈ। ਸਟੂਡੈਂਟਸ ਦੇਖੋ, ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਕੰਮ ਕਰ ਰਹੀ ਹੈ, ਫਰਾਂਸ 'ਚ ਕਰ ਰਹੀ ਹੈ, ਜਰਮਨੀ 'ਚ ਕਰ ਰਹੀ ਹੈ। ਔਰ ਜਿਹੜੀ ਮਜ਼ਬੂਤ ਸਰਕਾਰ ਇਸ ਨੂੰ ਕਿਉਂ ਕਹਿੰਦੇ ਹਨ ਕਿ ਇਹ ਬਿਲਕੁਲ ਜਿਹੜਾ ਚੀਫ ਐਗਜ਼ੀਕਿਊਟਿਵ ਹੈ ਉਹ ਲੈਜਿਸਲੇਚਰ ਤੋਂ ਬਿਲਕੁਲ ਇੰਡੀਪੈਂਡੈਂਟ ਹੋ ਕੇ ਤੇ ਉਹ ਆਪਣੇ ਜਿਹੜੇ ਫੰਕਸ਼ਨਸ ਹਨ ਉਹਨਾਂ ਨੂੰ, ਆਪਣੀਆਂ ਸ਼ਕਤੀਆਂ ਜਿਹੜੀਆਂ ਹਨ ਉਹਨਾਂ ਦੀ ਵਰਤੋਂ ਕਰਦਾ ਹੈ। ਇਸ ਕਰਕੇ ਉਹਨੂੰ ਸਟਰੋਂਗ ਗਵਰਨਮੈਂਟ ਕਿਹਾ ਜਾਂਦਾ ਹੈ ਕਿ ਮਤਲਬ ਉਹਨੂੰ ਹੋਰ ਬਹੁਤੇ ਜਿਹੜੀਆਂ ਪੋਲੀਟੀਕਲ ਪਾਰਟੀਜ਼ ਉਹਦੇ ਕੰਮਾਂ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਦੀਆਂ ਤੇ ਉਹ ਆਪਣੇ ਡਿਸੀਜ਼ਨ ਲੈਣ ਵਿੱਚ ਇੰਡੀਪੈਂਡੈਂਟ ਹੋਣ ਕਰਕੇ ਇਸ ਗਵਰਨਮੈਂਟ ਨੂੰ ਸਟਰੋਂਗ ਗਵਰਨਮੈਂਟ ਵੀ ਕਿਹਾ ਜਾਂਦਾ ਹੈ। ਦੈਨ ਸੁਟੇਬਲ ਗਵਰਨਮੈਂਟ ਡਿਊਰਿੰਗ ਐਮਰਜੈਂਸੀ। ਸੰਕਟ ਕਾਲ ਲਈ ਇਹ ਢੁਕਵੀਂ ਸਰਕਾਰ ਹੈ। Suppose there is any emergency, it's very easy to take decision in the presidential government because the chief executive is independent in all his decisions. ਉਹਦਾ ਮੰਤਰੀ ਮੰਡਲ ਜਿਹੜਾ ਹੈ ਉਸ ਦਾ ਆਪਣਾ ਹੀ ਚੁਣਿਆ ਹੁੰਦਾ ਹੈ। ਉਹਨੇ ਕੋਈ ਫੈਸਲਾ ਲੈਣਾ ਹੈ ਤੇ ਸੰਕਟ ਕਾਲ ਆ ਗਿਆ ਤੇ ਇਹ ਜ਼ਰੂਰੀ ਨਹੀਂ ਕਿ ਉਹਨੂੰ ਵਿਧਾਨ ਸਭਾ ਦੇ ਵਿੱਚ ਲੈਜਿਸਲੇਚਰ 'ਚ ਕੋਈ ਬਿੱਲ ਪਾਸ ਕਰਾਉਣਾ ਹੋਏਗਾ, ਉਹਦੇ ਲਈ ਉਹਨੂੰ ਬਹੁਮਤ ਚਾਹੀਦਾ ਹੈ, ਇਹੋ ਜਿਹਾ ਕੁਝ ਨਹੀਂ ਹੁੰਦਾ। ਇਸ ਕਰਕੇ ਸੋ ਡਿਊਰਿੰਗ ਐਮਰਜੈਂਸੀ ਦਿਸ ਗਵਰਨਮੈਂਟ ਇਜ਼ ਵੈਰੀ ਸੁਟੇਬਲ, ਕਿਉਂਕਿ ਚੀਫ ਐਗਜ਼ੀਕਿਊਟਿਵ ਤੇ ਮੰਤਰੀ ਮੰਡਲ ਦੀ ਟੀਮ ਜਿਹੜੀ ਹੈ ਉਹ ਕੋਈ ਵੀ ਡਿਸੀਜ਼ਨ ਜਿਹੜਾ ਹੈ ਉਹ ਈਜ਼ੀਲੀ ਲੈ ਸਕਦੇ ਹਨ। ਦੈਨ ਯੂਨੀਫਾਰਮੈਲਿਟੀ
ਫਾਰਮਿਟੀ ਇਨ ਪਾਲਿਸੀਜ਼, ਨੀਤੀਆਂ ਵਿੱਚ ਇਕਸਾਰਤਾ। ਬਿਲਕੁਲ ਠੀਕ ਹੈ, ਇਹ ਵੀ ਇਸ ਦਾ ਮੈਰਿਟ ਹੈ ਕਿਉਂਕਿ ਗਵਰਨਮੈਂਟ ਇਜ਼ ਸਟੇਬਲ ਐਂਡ ਸਟਰੋਂਗ ਗਵਰਨਮੈਂਟ, ਔਰ ਪ੍ਰੈਜ਼ੀਡੈਂਟ ਜਿਹੜਾ ਹੈ ਦੈਟ ਇਜ਼ ਚੀਫ ਐਗਜ਼ੀਕਿਊਟਿਵ, ਹੀ ਯੂਜ਼ਸ ਹਿਜ਼ ਰੀਅਲ ਪਾਵਰਸ, ਉਹਦੇ ਨਾਲ ਹੀ ਉਹਦੀ ਕੈਬਨਿਟ ਆਫ ਮਿਨਿਸਟਰ ਬਿਲਕੁਲ ਉਹਦੇ ਨਾਲ ਸਹਿਮਤ ਹੁੰਦੀ ਹੈ, ਉਹਦੀ ਮਰਜ਼ੀ ਦੇ ਅਨੁਸਾਰ ਕੰਮ ਕਰਦੀ ਹੈ। ਇਸ ਕਰਕੇ ਜਿਹੜੀਆਂ ਪਾਲਿਸੀਜ਼ ਹਨ ਉਹਨਾਂ ਦੇ ਵਿੱਚ ਯੂਨੀਫਾਰਮਿਟੀ ਬਣੀ ਰਹਿੰਦੀ ਹੈ ਕਿਉਂਕਿ ਫਿਕਸ ਟਾਈਮ ਲਈ ਗਵਰਨਮੈਂਟ ਜਿਹੜੀ ਹੈ ਉਹ ਚੁਣੀ ਜਾਂਦੀ ਹੈ, ਤੇ ਜਿਹੜਾ ਚੀਫ ਐਗਜ਼ੀਕਿਊਟਿਵ ਉਹਨੂੰ ਪਤਾ ਹੈ ਕਿ ਉਹ ਫਿਕਸਡ ਹੈ, ਉਹਦਾ ਟਨਿਓਰ ਫਿਕਸ ਹੈ, ਉਹਨੇ ਇੰਨਾ ਸਮਾਂ ਰਹਿਣਾ ਹੈ, ਤੇ ਇਸ ਤਰ੍ਹਾਂ ਜਿਹੜੀਆਂ ਪਾਲਿਸੀਜ਼ ਹਨ ਉਹਨਾਂ ਦੇ ਵਿੱਚ ਲਗਾਤਾਰਤਾ ਬਣੀ ਰਹਿੰਦੀ ਹੈ, ਇਕਸਾਰਤਾ ਬਣੀ ਰਹਿੰਦੀ ਹੈ। ਸੁਟੇਬਲ ਫਾਰ ਮਲਟੀ ਪਾਰਟੀ ਸਿਸਟਮ, ਬਹੁਦਲ ਪ੍ਰਣਾਲੀ ਵਾਲੇ ਰਾਜਾਂ ਲਈ ਇਹ ਢੁਕਵੀਂ ਗਵਰਨਮੈਂਟ ਮੰਨਿਆ ਗਿਆ ਹੈ ਕਿਉਂਕਿ ਇੱਕ ਵਾਰੀ ਸਟੂਡੈਂਟਸ ਚੀਫ ਐਗਜ਼ੀਕਿਊਟਿਵ ਇਲੈਕਟਡ ਹੋ ਗਏ, ਉਹਨਾਂ ਨੇ ਆਪਣਾ ਮੰਤਰੀ ਮੰਡਲ ਬਣਾ ਲਿਆ, ਉਸ ਤੋਂ ਬਾਅਦ ਜਿਹੜੇ ਬਹੁਦਲ ਪ੍ਰਣਾਲੀ ਵਾਲੇ ਰਾਜ ਹਨ ਉੱਥੇ ਪੋਲੀਟੀਕਲ ਪਾਰਟੀਜ਼ ਦੀ ਜਿਹੜੀ ਇੰਟਰਫੀਅਰੈਂਸ ਹੈ ਉਹ ਜ਼ਿਆਦਾ ਨਹੀਂ ਹੁੰਦੀ। ਸੋ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਇਜ਼ ਵੈਰੀ ਸਕਸੈਸਫੁਲ ਇਨ ਦਾ ਕੰਟਰੀਜ਼ ਵਿਚ ਹੈਜ਼ ਮਲਟੀ ਪੋਲੀਟੀਕਲ ਪਾਰਟੀ ਸਿਸਟਮ। ਸੋ ਸਟੂਡੈਂਟਸ, ਇਹ ਅਸੀਂ ਇਸ ਦੇ ਕੁਝ ਮੈਰਿਟਸ ਡਿਸਕਸ ਕੀਤੇ ਹਨ। ਇਹਦੇ ਤੇ ਵੀ ਤੁਹਾਨੂੰ 4 ਨੰਬਰ ਦਾ ਕੁਐਸਚਨ ਆ ਸਕਦਾ ਹੈ, 2 ਦਾ ਆ ਸਕਦਾ ਹੈ ਕਿ ਕੋਈ ਪ੍ਰਧਾਨਗੀ ਸਰਕਾਰ ਦੇ ਕੋਈ 4 ਗੁਣ ਲਿਖੋ। ਸੋ ਤੁਸੀਂ ਯੂ ਕੈਨ ਰਾਈਟ ਵੈਲ। ਨਾਓ ਸਟੂਡੈਂਟਸ, ਹੁਣ ਮੈਂ ਇਸ ਦੇ ਕੁਝ ਡੀਮੈਰਿਟਸ ਲਏ ਹਨ। ਡੀਮੈਰਿਟਸ ਆਫ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ, ਪ੍ਰਧਾਨਗੀ ਸਰਕਾਰ ਦੇ ਔਗਣ ਕਿਹੜੇ ਹਨ ਸਟੂਡੈਂਟਸ? ਜਿੱਥੇ ਹਰ ਚੀਜ਼ ਦੇ ਗੁਣ ਹੁੰਦੇ ਹਨ ਉੱਥੇ ਔਗਣ ਵੀ ਜ਼ਰੂਰ ਹੁੰਦੇ ਹਨ। ਮੈਰਿਟ ਡੀਮੈਰਿਟਸ ਇਕੱਠੇ ਹੀ ਚੱਲਦੇ ਹਨ। ਸੋ ਆ ਮੈਂ ਕੁਝ ਡੀਮੈਰਿਟਸ ਲਏ ਹਨ। ਫਸਟ ਇਜ਼ ਗਵਰਨਮੈਂਟ ਡਜ਼ਨਟ ਚੇਂਜ ਅਕੋਰਡਿੰਗ ਟੂ ਟਾਈਮ, ਸਰਕਾਰ ਸਮੇਂ ਤੇ ਬਦਲਦੀ ਨਹੀਂ ਹੈ। ਆਪਾਂ ਮੈਰਿਟ 'ਚ ਕੀਤਾ ਕਿ ਸਟੇਬਲ ਗਵਰਨਮੈਂਟ ਹੈ, ਸਟਰੋਂਗ ਗਵਰਨਮੈਂਟ ਹੈ। ਸੋ ਇਹਦਾ ਉਲਟ ਡੀਮੈਰਿਟ ਉਸ ਦੇ ਉਲਟ ਹੀ ਆਏਗਾ ਕਿ ਗਵਰਨਮੈਂਟ ਡਜ਼ਨਟ ਚੇਂਜ ਅਕੋਰਡਿੰਗ ਟੂ ਟਾਈਮਸ। ਜੇ ਸਾਨੂੰ ਲੋੜ ਪੈ ਗਈ ਹੈ, ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਉਸ ਸਰਕਾਰ ਦੇ ਵਿੱਚ, ਬਟ ਦੈਟ ਗਵਰਨਮੈਂਟ ਇਜ਼ ਇਲੈਕਟਡ ਫਾਰ ਏ ਫਿਕਸਡ ਟਨਿਓਰ, ਤਾਂ ਇਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਇਹ ਇਸ ਦਾ ਡੀਮੈਰਿਟ ਹੈ। ਦੈਨ ਇਰਰਿਸਪੋਂਸਿਬਲ ਗਵਰਨਮੈਂਟ, ਗੈਰ ਜ਼ਿੰਮੇਵਾਰ ਸਰਕਾਰ ਹੈ। ਵਾਈ ਇਟ ਇਜ਼ ਕਾਲਡ ਇਰਰਿਸਪੋਂਸਿਬਲ ਸਟੂਡੈਂਟਸ? ਕਿਉਂਕਿ ਜਿਹੜਾ ਮੰਤਰੀ ਮੰਡਲ ਹੈ, ਐਗਜ਼ੀਕਿਊਟਿਵ ਹੈ, ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨੇ ਹਨ, ਨੀਤੀਆਂ ਬਣਾਉਣੀਆਂ ਹਨ, ਪਾਲਿਸੀਜ਼ ਐਕਟਸ ਜਿਹੜੇ ਹਨ ਉਹ ਦੇਸ਼ ਦੇ ਲਈ ਲਾਗੂ ਕਰਨੇ ਹਨ, ਦਾ ਮੰਤਰੀ ਮੰਡਲ ਕੈਬਨਿਟ ਆਫ ਮਿਨਿਸਟਰ ਇਜ਼ ਨਾਟ ਇਲੈਕਟਡ ਬਾਏ ਦਾ ਪੀਪਲ। ਇਸ ਕਰਕੇ ਇਹਨੂੰ ਇਰਰਿਸਪੋਂਸਿਬਲ ਕਹਿੰਦੇ ਹਨ। ਸੈਕਿੰਡ, ਇਸ ਕਰਕੇ ਵੀ ਗੈਰ ਜ਼ਿੰਮੇਵਾਰ ਕਿਹਾ ਜਾਂਦਾ ਹੈ ਕਿ ਕੈਬਨਿਟ ਆਫ ਮਿਨਿਸਟਰ ਜਿਹੜਾ ਹੈ ਉਹ ਲੈਜਿਸਲੇਚਰ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੈ। ਜਿਹੜਾ ਲੈਜਿਸਲੇਚਰ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ, ਲੋਕਾਂ ਦੁਆਰਾ ਚੁਣਿਆ ਹੋਇਆ ਹੈ, ਐਗਜ਼ੀਕਿਊਟਿਵ ਆਪਣੇ ਕੰਮਾਂ ਲਈ ਉਹਦੇ ਸਾਹਮਣੇ ਜ਼ਿੰਮੇਵਾਰ ਨਹੀਂ, ਇਸ ਲਈ ਗੈਰ ਜ਼ਿੰਮੇਵਾਰ ਕਿਹਾ ਜਾਂਦਾ ਹੈ। ਦੈਨ ਡੈਡਲੌਕ ਬਿਟਵੀਨ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ, ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਵਿੱਚ ਮਤਭੇਦ। ਸਟੂਡੈਂਟਸ, ਅਸੀਂ ਸ਼ੁਰੂ 'ਚ ਹੀ ਕੀਤਾ ਕਿ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦੇ ਪਛਾਣ ਹੀ ਇਹ ਹੈ ਕਿ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਵਿੱਚ ਆਪਸ 'ਚ ਕੋਈ ਸਬੰਧ ਨਹੀਂ ਹੁੰਦਾ। ਸੋ ਇਸ ਤਰ੍ਹਾਂ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਵਿੱਚ ਹਮੇਸ਼ਾ ਹੀ ਮਤਭੇਦ ਬਣੇ ਰਹਿੰਦੇ ਹਨ, ਡੈਡਲੌਕਸ ਜਿਹੜੇ ਹਨ ਉਹ ਬਣੇ ਰਹਿੰਦੇ ਹਨ, ਬਿਕੋਜ਼ ਦੇ ਬੋਥ ਆਰ ਨਾਟ ਰਿਲੇਟਡ ਵਿਦ ਈਚ ਅਦਰ। ਐਗਜ਼ੀਕਿਊਟਿਵ ਡਿਫਰੈਂਟ ਹੈ ਤੇ ਲੈਜਿਸਲੇਚਰ ਜਿਹੜੀ ਹੈ ਉਹ ਡਿਫਰੈਂਟ ਹੈ, ਕਿਉਂਕਿ ਐਗਜ਼ੀਕਿਊਟਿਵ ਦੇ ਜਿਹੜੇ ਮੰਤਰੀ ਪ੍ਰੀਸ਼ਦ ਹੈ, ਮੰਤਰੀ ਮੰਡਲ ਹੈ, ਉਹ ਚੁਣਿਆ ਹੋਇਆ ਨਹੀਂ ਹੁੰਦਾ, ਨਾ ਹੀ ਉਹਨਾਂ ਦਾ ਲੈਜਿਸਲੇਚਰ ਦੇ ਨਾਲ ਸੰਬੰਧ ਹੁੰਦਾ ਹੈ। ਪੋਸੀਬਿਲਿਟੀ ਆਫ ਡਿਕਟੇਟਰਸ਼ਿਪ, ਨਿਰੰਕੁਸ਼ਤਾ ਦੀ ਸੰਭਾਵਨਾ। ਸਟੂਡੈਂਟਸ, ਜੇ ਅਸੀਂ ਅਮਰੀਕਾ ਦੀ ਹੀ ਗੱਲ ਕਰੀਏ ਤੇ ਤੁਸੀਂ ਬੜਾ ਨਾਮ ਸੁਣਦੇ ਰਹੇ ਹੋ ਡੋਨਲਡ ਟਰੰਪ ਦਾ, ਔਰ ਹਮੇਸ਼ਾ ਹੀ ਉਹ ਨਿਊਜ਼ ਦੇ ਵਿੱਚ ਛਾਏ ਰਹਿੰਦੇ ਹਨ ਤੇ ਹੀ ਇਜ਼ ਕੰਸੀਡਰਡ ਐਜ਼ ਦਾ ਮੋਸਟ ਪਾਵਰਫੁਲ ਪ੍ਰੈਜ਼ੀਡੈਂਟ ਇਨ ਦਾ ਵਰਲਡ। ਉਹਦੇ ਕੋਲ ਮਤਲਬ ਸਭ ਤੋਂ ਵੱਡੀ ਜਿਹੜੀ ਸ਼ਕਤੀ ਅਮਰੀਕਾ ਹੈ ਉਹ ਉੱਥੋਂ ਦਾ ਰਾਸ਼ਟਰਪਤੀ ਹੁੰਦਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਹਨ ਉਹ ਉਹਨਾਂ ਦਾ ਇਸਤੇਮਾਲ ਕਰਦਾ ਹੈ। ਸਮਟਾਈਮਸ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਦੇ ਡਿਸੀਜਨਸ ਹੁੰਦੇ ਹਨ। ਸੋ ਇਸ ਤਰ੍ਹਾਂ ਜਿਹੜਾ ਚੀਫ ਐਗਜ਼ੀਕਿਊਟਿਵ ਹੈ ਵਿਚ ਇਜ਼ ਨੋਨ ਐਜ਼ ਪ੍ਰੈਜ਼ੀਡੈਂਟ, ਉਹਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਤੇ ਇਸ ਤਰ੍ਹਾਂ ਡਿਕਟੇਟਰਸ਼ਿਪ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਰਹਿੰਦੀ ਹੈ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਵਿੱਚ। ਆਈ ਹੋਪ ਕਿ ਸਟੂਡੈਂਟਸ ਤੁਹਾਨੂੰ ਇਹ ਸਮਝ ਆ ਗਿਆ। ਅਨਡੈਮੋਕ੍ਰੈਟਿਕ ਗਵਰਨਮੈਂਟ, ਅਲੋਕਤੰਤਰੀ ਸਰਕਾਰ, ਇਸ ਦਾ ਨੈਕਸਟ ਔਗਣ ਲਿਆ ਗਿਆ ਹੈ ਕਿ ਇਹ ਅਨਡੈਮੋਕ੍ਰੈਟਿਕ ਹੈ। ਵਾਈ ਇਟ ਇਜ਼ ਕਾਲਡ ਅਨਡੈਮੋਕ੍ਰੈਟਿਕ? ਬਿਕੋਜ਼ ਦਾ ਕੈਬਨਿਟ ਆਫ ਮਿਨਿਸਟਰ ਇਜ਼ ਨਾਟ ਇਲੈਕਟਡ ਬਾਏ ਦਾ ਪੀਪਲ। ਸਿੰਪਲ, ਕਿਉਂਕਿ ਮੰਤਰੀ ਮੰਡਲ, ਮੈਂ ਸ਼ੁਰੂ 'ਚ ਹੀ ਦੱਸਿਆ ਕਿ ਮੰਤਰੀ ਮੰਡਲ ਜਿਹੜਾ ਹੈ ਉਹ ਰਾਸ਼ਟਰਪਤੀ ਦੀ ਟੀਮ ਹੈ। ਰਾਸ਼ਟਰਪਤੀ ਆਪਣੇ ਮੰਤਰੀ ਮੰਡਲ ਨੂੰ ਜਦੋਂ ਮਰਜ਼ੀ ਚੇਂਜ ਕਰ ਸਕਦਾ ਹੈ ਮੰਤਰੀ,
ਨਵੇਂ ਲੈ ਸਕਦਾ ਹੈ ਔਰ ਜਿਹੜੇ ਉਹ ਮੰਤਰੀ ਬਣਾਉਂਦਾ ਹੈ, ਕੈਬਨਿਟ ਮਿਨਿਸਟਰਸ ਲੈਂਦਾ ਹੈ, ਉਹ ਉਹਨਾਂ ਏਰੀਆਜ਼ ਵਿੱਚੋਂ ਜਿਨ੍ਹਾਂ ਨੂੰ ਅਲੱਗ-ਅਲੱਗ ਐਡਮਿਨਿਸਟ੍ਰੇਟਿਵ ਜਾਂ ਹੋਰ ਨੌਲੇਜ ਜਿਹੜਾ ਹੈ ਜਿਹੜੇ ਵੀ ਡਿਪਾਰਟਮੈਂਟ ਦਾ ਉਹਨੂੰ ਚਾਹੀਦਾ ਹੈ ਉਹਨਾਂ 'ਚੋਂ ਐਕਸਪਰਟਸ ਲੈਂਦਾ ਹੈ, ਨਾ ਕਿ ਉਹ ਵਿਧਾਨ ਸਭਾ ਦੇ ਵਿੱਚੋਂ ਲੈਂਦਾ ਹੈ। ਸੋ ਇਸ ਤਰ੍ਹਾਂ ਇਹ ਅਨਡੈਮੋਕ੍ਰੈਟਿਕ ਇਸ ਲਈ ਹੈ ਬਿਕਾਜ਼ ਕੈਬਨਿਟ ਆਫ ਮਿਨਿਸਟਰ ਇਜ਼ ਨਾਟ ਇਲੈਕਟਡ ਬਾਏ ਦਾ ਪੀਪਲ, ਤੇ ਇਹ ਜਿਹੜੀ ਹੈ ਕਾਰਜਪਾਲਿਕਾ ਹੈ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੈ। ਸੋ ਸਟੂਡੈਂਟਸ, these are some demerits which I discussed। ਇਹਦੇ ਤੇ ਵੀ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਪ੍ਰਧਾਨਗੀ ਸਰਕਾਰ ਦੇ ਕੋਈ 4 ਔਰਗਨ ਲਿਖੋ। ਸੋ these are the ਇਹ ਅਸੀਂ ਔਰਗਨ ਡਿਸਕਸ ਕੀਤੇ ਹਨ, ਡੀਮੈਰਿਟਸ ਡਿਸਕਸ ਕੀਤੇ ਹਨ। ਸੋ 4 ਨੰਬਰ ਦਾ ਕੁਐਸਚਨ ਤੁਹਾਨੂੰ ਆ ਸਕਦਾ ਹੈ, 2 ਦਾ ਵੀ ਆ ਸਕਦਾ ਹੈ। ਆਈ ਹੋਪ ਕਿ ਤੁਸੀਂ ਲਿਖ ਸਕਦੇ ਹੋ। ਅੱਗੇ ਵਧਦੇ ਹਾਂ। ਹੁਣ ਸਾਡਾ ਅੱਜ ਦਾ ਮੇਨ ਫੋਕਸ ਕੀ ਹੈ ਸਟੂਡੈਂਟਸ ਕਿ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਐਂਡ ਪਾਰਲੀਮੈਂਟਰੀ ਗਵਰਨਮੈਂਟ ਜਿਹੜੀ ਹੈ ਇਹਨਾਂ ਦੋਵਾਂ ਦਾ ਡਿਫਰੈਂਸ ਕੀ ਹੈ। ਸਟੂਡੈਂਟਸ ਅਸੀਂ ਪਾਰਲੀਮੈਂਟਰੀ ਗਵਰਨਮੈਂਟ ਪਹਿਲੇ ਲੈਸਨ ਵਿੱਚ ਕੀਤਾ, ਜਿਹਦੇ ਵਿੱਚ ਬਹੁਤ ਹੀ ਆਪਾਂ ਡਿਟੇਲ ਦੇ ਵਿੱਚ ਉਹਦੀਆਂ ਕਰੈਕਟਰਿਸਟਿਕਸ ਕੀਤੀਆਂ, ਮੈਰਿਟਸ ਕੀਤੇ, ਡੀਮੈਰਿਟਸ ਕੀਤੇ, ਉਹਨੂੰ ਡਿਫਾਈਨ ਕੀਤਾ। ਐਂਡ ਭਾਰਤ ਦੇ ਵਿੱਚ ਕਿਹੜੀ ਸਰਕਾਰ ਹੈ? ਪਾਰਲੀਮੈਂਟਰੀ ਗਵਰਨਮੈਂਟ ਹੈ। ਔਰ ਇਹਦੇ ਵਿੱਚ ਸੈਕਿੰਡ ਮੈਂ ਐਗਜ਼ਾਮਪਲ ਲਈ ਜਿੱਥੇ ਉਹ ਦੇਸ਼ ਲਿਆ ਜਿੱਥੇ ਕਿ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਹੈ। ਹੁਣ ਸਟੂਡੈਂਟਸ ਅਸੀਂ ਕੀ ਡਿਸਕਸ ਕਰਨਾ ਹੈ ਕਿ ਪਾਰਲੀਮੈਂਟਰੀ ਤੇ ਪ੍ਰੈਜ਼ੀਡੈਂਸ਼ੀਅਲ ਜਿਹੜੀ ਗਵਰਨਮੈਂਟ ਹੈ ਇਹਨਾਂ ਦੇ ਵਿੱਚ ਡਿਫਰੈਂਸ ਜਿਹੜੇ ਹਨ ਉਹ ਕੀ ਹਨ। ਸੋ ਸਟੂਡੈਂਟਸ ਇੱਥੇ ਤੁਹਾਨੂੰ ਲੈਂਥੀ ਕੁਐਸਚਨ 6 ਨੰਬਰ ਦਾ ਜਿਹੜਾ ਹੈ ਉਹ ਪੁੱਛਿਆ ਜਾ ਸਕਦਾ ਹੈ ਕਿ ਸੰਸਦੀ ਤੇ ਪ੍ਰਧਾਨਗੀ ਸਰਕਾਰ ਦੇ ਵਿੱਚ ਅੰਤਰ ਨੂੰ ਵਰਣਨ ਕਰੋ। ਡਿਫਾਈਨ ਦਾ ਡਿਫਰੈਂਸ ਬਿਟਵੀਨ ਦਾ ਪ੍ਰੈਜ਼ੀਡੈਂਸ਼ੀਅਲ ਐਂਡ ਪਾਰਲੀਮੈਂਟਰੀ ਗਵਰਨਮੈਂਟ। 6 ਮਾਰਕਸ ਦਾ ਕੁਐਸਚਨ ਵੀ ਆ ਸਕਦਾ ਹੈ, 4 ਦਾ ਵੀ ਆ ਸਕਦਾ ਹੈ। ਸੋ ਪਹਿਲਾ ਡਿਫਰੈਂਸ ਕੀ ਹੈ? ਮੁੱਖ ਕਾਰਜ ਸਾਧਕ ਮੁਖੀ ਦੀ ਸਥਿਤੀ ਵਿੱਚ ਅੰਤਰ। ਡਿਫਰੈਂਸ ਇਨ ਦਾ ਪੋਜੀਸ਼ਨ ਆਫ ਚੀਫ ਐਕਸੀਕਿਊਟਿਵ ਹੈਡ। ਸੋ ਸਟੂਡੈਂਟਸ ਅਸੀਂ ਭਾਰਤ ਵਿੱਚ ਆਉਂਦੇ ਹਾਂ, ਤੁਸੀਂ ਦੇਖਦੇ ਹੋ ਕਿ ਭਾਰਤ ਵਿੱਚ ਰਾਸ਼ਟਰਪਤੀ ਜਿਹੜੇ ਹਨ ਉਹ ਸਾਡੇ ਚੀਫ ਐਕਸੀਕਿਊਟਿਵ ਹਨ, ਪਰ ਉਹ ਨੋਮੀਨਲ ਹਨ। ਉਹਨਾਂ ਦੇ ਨਾਂ ਦੇ ਉੱਤੇ, ਰਾਸ਼ਟਰਪਤੀ ਦੇ ਨਾਂ ਤੇ ਸਾਰੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਸੀਂ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਵਿੱਚ ਕੀ ਕੀਤਾ? ਇੱਕ ਹੀ ਚੀਫ ਐਕਸੀਕਿਊਟਿਵ ਹੁੰਦੇ ਹਨ। ਜਿਸ ਤਰ੍ਹਾਂ ਅਸੀਂ ਅਮਰੀਕਾ ਦੀ ਐਗਜ਼ਾਮਪਲ ਲੈਂਦੇ ਹਾਂ ਤੇ ਉੱਥੋਂ ਦੇ ਰਾਸ਼ਟਰਪਤੀ ਹਨ, ਪਰ ਉਹ ਰੀਅਲ ਐਕਸੀਕਿਊਟਿਵ ਹਨ, ਉਹ ਵਾਸਤਵਿਕ ਕਾਰਜ ਸਾਧਕ ਹਨ ਤੇ ਉਹ ਹੀ ਸਾਰੀਆਂ ਸ਼ਕਤੀਆਂ ਜਿਹੜੀ ਹਨ ਉਹਨਾਂ ਦੀ ਵਰਤੋਂ ਕਰਦੇ ਹਨ। ਆਈ ਹੋਪ ਕਿ ਤੁਹਾਨੂੰ ਸਮਝ ਆਇਆ। ਰਿਪੀਟ ਕਰ ਰਹੀ ਹਾਂ। ਮੁੱਖ ਕਾਰਜ ਸਾਧਕ ਮੁਖੀ ਦੀ ਸਥਿਤੀ ਵਿੱਚ ਅੰਤਰ। ਡਿਫਰੈਂਸ ਇਨ ਦਾ ਪੋਜੀਸ਼ਨ ਆਫ ਚੀਫ ਐਕਸੀਕਿਊਟਿਵ ਹੈਡ। ਪਾਰਲੀਮੈਂਟਰੀ ਗਵਰਨਮੈਂਟ ਦੇ ਵਿੱਚ ਕੀ ਹੁੰਦਾ? ਚੀਫ ਐਕਸੀਕਿਊਟਿਵ ਦੇ ਨਾਂ ਤੇ ਸ਼ਕਤੀਆਂ ਵਰਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਾਡੇ ਇੰਡੀਆ ਦੇ ਵਿੱਚ ਸੰਸਦੀ ਸਰਕਾਰ ਹੈ ਤੇ ਰਾਸ਼ਟਰਪਤੀ ਸਾਡੇ ਚੀਫ ਐਕਸੀਕਿਊਟਿਵ ਹਨ, ਪਰ ਉਹ ਸ਼ਕਤੀਆਂ ਦੀ ਵਰਤੋਂ ਆਪ ਨਹੀਂ ਕਰਦੇ ਬਲਕਿ ਉਹਨਾਂ ਦੇ ਨਾਂ ਦੇ ਉੱਤੇ ਸ਼ਕਤੀਆਂ ਵਰਤੀਆਂ ਜਾਂਦੀਆਂ ਹਨ। ਅਸਲੀ ਸ਼ਕਤੀਆਂ ਪ੍ਰਾਈਮ ਮਿਨਿਸਟਰ ਤੇ ਮੰਤਰੀ ਮੰਡਲ ਹੀ ਵਰਤੋਂ ਕਰਦਾ ਹੈ। ਪਰ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਵਿੱਚ ਕੀ ਹੈ ਕਿ ਇੱਕ ਹੀ ਕਾਰਜ ਸਾਧਕ ਮੁਖੀ ਹੁੰਦਾ ਹੈ ਜਿਹੜਾ ਸਟੇਟ ਦਾ ਵੀ ਤੇ ਗਵਰਨਮੈਂਟ ਦਾ ਵੀ, ਤੇ ਉਹ ਹੀ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਸੈਕਿੰਡ, ਕਾਰਜਪਾਲਿਕਾ ਦੇ ਕਾਰਜਕਾਲ ਵਿੱਚ ਅੰਤਰ। ਡਿਫਰੈਂਸ ਇਨ ਦਾ ਟੈਨਿਓਰ ਆਫ ਦਾ ਐਕਸੀਕਿਊਟਿਵ। ਸਟੂਡੈਂਟਸ ਸੰਸਦੀ ਸਰਕਾਰ ਦੇ ਵਿੱਚ ਕੈਬਨਿਟ ਆਫ ਮਿਨਿਸਟਰ ਜਿਹੜੇ ਹਨ ਤੇ ਪ੍ਰਾਈਮ ਮਿਨਿਸਟਰ ਜਿਹੜੇ ਹਨ ਉਹ ਐਕਸੀਕਿਊਟਿਵ ਜਿਹੜੇ ਹਨ ਉਹ ਮੰਤਰੀ ਮੰਡਲ ਹੈ ਤੇ ਉਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ ਫਿਕਸ ਨਹੀਂ ਹੈ। ਕਦੀ ਵੀ ਜਿਹੜੇ ਮੰਤਰੀ ਹਨ ਜਦੋਂ ਲੈਜਿਸਲੇਚਰ ਵਿੱਚ ਉਹਨਾਂ ਨੂੰ ਆਪਣੇ ਕੁਐਸਚਨਸ ਦੇ ਜਿਹੜੇ ਲੈਜਿਸਲੇਚਰ ਉਹਨਾਂ ਨੂੰ ਵਿਧਾਨ ਮੰਡਲ ਪੁੱਛਦਾ ਹੈ ਤੇ ਉਹਨਾਂ ਨੂੰ ਆਨਸਰ ਦੇਣੇ ਪੈਂਦੇ ਹਨ। ਉਹ ਜ਼ਿੰਮੇਵਾਰ ਹੁੰਦੇ ਹਨ ਆਪਣੀਆਂ ਸਾਰੀਆਂ ਨੀਤੀਆਂ ਲਈ, ਪਾਲਿਸੀਜ਼ ਲਈ। ਸਾਰਾ ਮੰਤਰੀ ਮੰਡਲ ਜਿਹੜਾ ਹੈ ਸੰਸਦੀ ਸਰਕਾਰ ਦੇ ਵਿੱਚ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੁੰਦਾ ਹੈ ਤੇ ਉਹ ਉਨੀ ਦੇਰ ਹੀ ਅਹੁਦੇ ਤੇ ਰਹਿ ਸਕਦੇ ਹਨ ਜਿੰਨੀ ਦੇਰ ਵਿਧਾਨ ਪਾਲਿਕਾ ਮੰਤਰੀ ਮੰਡਲ ਦੇ ਉੱਤੇ ਵਿਸ਼ਵਾਸ ਰੱਖਦੀ ਹੈ ਜਾਂ ਮੰਤਰੀ ਮੰਡਲ ਦਾ ਵਿਸ਼ਵਾਸ ਜਿਹੜਾ ਹੈ ਉਹ ਲੈਜਿਸਲੇਚਰ ਵਿੱਚ ਬਣਿਆ ਰਹਿੰਦਾ ਹੈ। ਪਰ ਇੱਥੇ ਕਾਰਜਪਾਲਿਕਾ ਦੇ ਡਿਫਰੈਂਸ ਇਨ ਦਾ ਟੈਨਿਓਰ ਆਫ ਐਕਸੀਕਿਊਟਿਵ ਕੀ ਹੈ? ਪ੍ਰੈਜ਼ੀਡੈਂਸ਼ੀਅਲ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਕਾਰਜਪਾਲਿਕਾ ਦਾ ਕਾਰਜਕਾਲ ਫਿਕਸ ਹੈ। ਮੀਨਸ ਕਿ ਚੀਫ ਐਕਸੀਕਿਊਟਿਵ ਜਿਹੜੇ ਹਨ, ਜਿਸ ਤਰ੍ਹਾਂ ਆਪਾਂ ਅਮਰੀਕਾ ਦੀ ਐਗਜ਼ਾਮਪਲ ਹੀ ਲੈ ਰਹੇ ਹਾਂ, ਉਹ 4 ਸਾਲ ਲਈ ਚੁਣੇ ਜਾਂਦੇ ਹਨ ਤੇ ਉਹ 4 ਸਾਲ ਲਈ ਹੀ ਆਪਣੇ ਅਹੁਦੇ ਤੇ ਰਹਿੰਦੇ ਹਨ। ਉਹਨਾਂ ਨੂੰ ਅਹੁਦੇ ਤੋਂ ਪਹਿਲਾਂ ਅਲੱਗ ਕਰਨਾ ਬਹੁਤ ਔਖਾ ਹੈ। ਉੱਥੇ ਜ਼ਿੰਮੇਵਾਰੀ ਦੇ ਸੰਬੰਧ ਵਿੱਚ ਅੰਤਰ। ਡਿਫਰੈਂਸ ਇਨ ਰਿਗਾਰਡ ਟੂ ਰਿਸਪੌਂਸਿਬਿਲਿਟੀ। ਹੁਣ ਅਸੀਂ ਪਹਿਲਾਂ ਸੰਸਦੀ ਸਰਕਾਰ ਬਾਰੇ ਡਿਸਕਸ ਕਰਦੇ ਹਾਂ। ਸੰਸਦੀ ਸਰਕਾਰ 'ਚ ਸਟੂਡੈਂਟਸ ਅਸੀਂ ਪਹਿਲੇ ਲੈਸਨ 'ਚ ਡਿਸਕਸ ਕੀਤਾ ਸੀ ਕਿ ਸਾਰਾ ਹੀ ਮੰਤਰੀ ਮੰਡਲ ਇਨਕਲੂਡਿੰਗ
ਪ੍ਰਾਈਮ ਮਿਨਿਸਟਰ ਲੈਜਿਸਲੇਚਰ ਦੇ ਸਾਹਮਣੇ ਆਪਣੇ ਸਾਰੇ ਕੰਮਾਂ ਲਈ, ਸਾਰੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੁੰਦਾ ਹੈ। ਉਹਨਾਂ ਦੀ ਹਰ ਮੰਤਰੀ ਦੀ ਆਪਣੇ ਆਪਣੇ ਪੋਰਟਫੋਲੀਓ ਲਈ ਇੰਡੀਵਿਜੂਅਲ ਰਿਸਪੌਂਸਿਬਿਲਟੀ ਵੀ ਹੁੰਦੀ ਹੈ ਤੇ ਸਾਰੇ ਮੰਤਰੀਆਂ ਦੀ ਟੋਟਲ ਆਪਣੇ ਸਾਰੇ ਪੋਰਟਫੋਲੀਓਜ਼ ਲਈ, ਆਪਣੇ ਸਾਰੇ ਕੰਮਾਂ ਲਈ, ਐਕਟਸ ਲਈ, ਪਾਲਿਸੀਜ਼ ਲਈ ਵਿਧਾਨ ਮੰਡਲ ਦੇ ਸਾਹਮਣੇ ਉਹ ਜ਼ਿੰਮੇਵਾਰ ਹੁੰਦੇ ਹਨ। ਜੋ ਵੀ ਨੀਤੀਆਂ ਲਿਆਉਂਦੇ ਹਨ, ਬਿੱਲ ਪਾਸ ਕਰਦੇ ਹਨ, ਜੋ ਵੀ ਜਿਹੜੇ ਵੀ ਮਹਿਕਮੇ ਦੇ ਇੰਚਾਰਜ ਹੁੰਦੇ ਹਨ, ਉਹਨਾਂ ਨੂੰ ਵਿਧਾਨ ਮੰਡਲ ਦੇ ਸਾਹਮਣੇ ਸੰਸਦੀ ਸਰਕਾਰ ਵਿੱਚ ਜਵਾਬਦੇਹ ਹੋਣਾ ਪੈਂਦਾ ਹੈ ਔਰ ਕਲੈਕਟਿਵਲੀ ਰਿਸਪੌਂਸਿਬਲ ਹੁੰਦੇ ਹਨ, ਇੰਡੀਵਿਜੂਅਲੀ ਰਿਸਪੌਂਸਿਬਲ ਹੁੰਦੇ ਹਨ ਸੰਸਦੀ ਸਰਕਾਰ ਦੇ ਵਿੱਚ। ਪਰ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਹ ਵਿਧਾਨ ਸਭਾ ਦੇ ਵਿੱਚੋਂ ਨਹੀਂ ਲਿਆ ਜਾਂਦਾ, ਉਹ ਵਿਧਾਨ ਮੰਡਲ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦਾ, ਬਲਕਿ ਜਿਹੜਾ ਮੰਤਰੀ ਮੰਡਲ ਹੈ ਉਹ ਕਿਸ ਦੇ ਸਾਹਮਣੇ ਜ਼ਿੰਮੇਵਾਰ ਹੈ? ਉੱਥੋਂ ਦੇ ਚੀਫ ਐਗਜ਼ੀਕਿਊਟਿਵ ਦੇ ਸਾਹਮਣੇ ਜ਼ਿੰਮੇਵਾਰ ਹੈ। ਜਿਸ ਤਰ੍ਹਾਂ ਰਾਸ਼ਟਰਪਤੀ ਜੀ ਉੱਥੇ ਨਵੇਂ ਬਣੇ ਪਰ ਅਮਰੀਕਾ ਦੇ ਵਿੱਚ ਜਿਓ ਬਾਈਡਨ, ਤੇ ਹੁਣ ਉਹਨਾਂ ਨੇ ਆਪਣਾ ਮੰਤਰੀ ਮੰਡਲ ਬਣਾਉਣਾ ਹੈ, ਤੇ ਜਿਹੜਾ ਮੰਤਰੀ ਮੰਡਲ ਹੈ ਉਹ ਵਿਧਾਨ ਸਭਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੋਏਗਾ, ਬਲਕਿ ਉਹ ਆਪਣੇ ਸਾਰੇ ਕੰਮਾਂ ਲਈ ਜਵਾਬਦੇਹ ਕਿਸ ਨੂੰ ਹੈ? ਉੱਥੋਂ ਦੇ ਰਾਸ਼ਟਰਪਤੀ ਨੂੰ। ਸੋ ਇਨ ਦਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, cabinet of minister is responsible towards legislature collectively and individually, but in presidential form of government the cabinet of minister is responsible for all their acts towards the chief executive। I hope कि students सानू समझ आया। अगे बढ़ते हाँ, कैरी ऑन कर रही हाँ डिफरेंस पार्लीमेंटरी एंड प्रेजिडेंशियल गवर्नमेंट दे विच ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਆਪਸੀ ਸੰਬੰਧਾਂ ਵਿੱਚ ਅੰਤਰ। ਹੁਣ ਅਸੀਂ ਭਾਰਤ ਵਿੱਚ ਫੇਰ ਆ ਗਏ, ਸੰਸਦੀ ਸਰਕਾਰ ਹੈ ਭਾਰਤ ਦੇ ਵਿੱਚ। ਇਸ ਦੇ ਵਿੱਚ ਆਪਾਂ ਡਿਸਕਸ ਕੀਤਾ ਸਟੂਡੈਂਟਸ ਕਿ ਜਿਹੜੀ ਕਾਰਜਪਾਲਿਕਾ ਹੈ ਉਹ ਵਿਧਾਨਪਾਲਿਕਾ ਦਾ ਹਿੱਸਾ ਹੈ। ਕਾਰਜਪਾਲਿਕਾ ਵਿੱਚ ਜਿੰਨੇ ਵੀ ਮੰਤਰੀ ਪ੍ਰੀਸ਼ਦ ਹਨ ਉਹ ਵਿਧਾਨਪਾਲਿਕਾ ਵਿੱਚੋਂ ਹੀ ਲੈ ਜਾਂਦੇ ਹਨ। ਜਦੋਂ ਪ੍ਰਾਈਮ ਮਿਨਿਸਟਰ ਸਹੁੰ ਚੁੱਕ ਲੈਂਦੇ ਹਨ ਤੇ ਆਪਣੇ ਸਾਰੇ ਹੀ ਜਿਹੜੇ ਮੰਤਰੀ ਪ੍ਰੀਸ਼ਦ ਹੈ ਉਹ ਵਿਧਾਨਪਾਲਿਕਾ ਦੇ ਐਮਪੀਜ਼ ਦੇ ਵਿੱਚੋਂ ਹੀ ਬਣਾਉਂਦੇ ਹਨ। ਸੋ ਇਸ ਤਰ੍ਹਾਂ ਕਾਰਜਪਾਲਿਕਾ ਵਿਧਾਨਪਾਲਿਕਾ ਦਾ ਹਿੱਸਾ ਹੋਣ ਕਰਕੇ ਸੰਸਦੀ ਸਰਕਾਰ ਦੇ ਵਿੱਚ ਤੇ ਇਹਨਾਂ ਦੇ ਆਪਸ 'ਚ ਗੂੜੇ ਸੰਬੰਧ ਹਨ। ਬਟ ਇਨ ਦਾ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਨੋ ਰਿਲੇਸ਼ਨਸ਼ਿਪ ਬਿਟਵੀਨ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ। ਪ੍ਰਧਾਨਗੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਕਾਰਜਪਾਲਿਕਾ ਜਿਹੜੀ ਮੰਤਰੀ ਮੰਡਲ ਹੈ ਉਹਨੂੰ ਉੱਥੋਂ ਦਾ ਚੀਫ ਐਗਜ਼ੀਕਿਊਟਿਵ ਜਿਹੜਾ ਹੈ ਆਪਣੀ ਮਰਜ਼ੀ ਨਾਲ ਚੁਣਦਾ ਹੈ, ਉਹ ਵਿਧਾਨਪਾਲਿਕਾ ਦੇ ਮੈਂਬਰ ਨਹੀਂ ਹੁੰਦੇ। ਇਸ ਕਰਕੇ ਇਨ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਐਗਜ਼ੀਕਿਊਟਿਵ ਇਜ਼ ਸੈਪਰੇਟ, ਲੈਜਿਸਲੇਚਰ ਇਜ਼ ਸੈਪਰੇਟ। ਐਗਜ਼ੀਕਿਊਟਿਵ ਤੇ ਲੈਜਿਸਲੇਚਰ ਦਾ ਪ੍ਰਧਾਨਗੀ ਸਰਕਾਰ ਵਿੱਚ ਕੋਈ ਸੰਬੰਧ ਨਹੀਂ ਹੈ, ਯਾਦ ਰੱਖ ਲੈਣਾ। ਦੈਨ ਡਿਫਰੈਂਸ ਇਨ ਰਿਗਾਰਡ ਟੂ ਪੋਲੀਟੀਕਲ ਹੋਮੋਜੀਨਿਟੀ, ਰਾਜਨੀਤਿਕ ਇਕਰੂਪਤਾ ਸੰਬੰਧੀ ਅੰਤਰ। ਇਹਦੇ ਵਿੱਚ ਕੀ ਹੁੰਦਾ ਹੈ, ਜਿਸ ਤਰ੍ਹਾਂ ਇੰਡੀਆ ਦੀ ਗੱਲ ਕਰਦੇ, ਇੱਥੇ ਸੰਸਦੀ ਸਰਕਾਰ ਹੈ ਇਸ ਟਾਈਮ ਤੇ ਸਾਡੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ ਔਰ ਬੀਜੇਪੀ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਮਿਲਿਆ ਹੈ। ਸੋ ਜਿੰਨੇ ਵੀ ਮੰਤਰੀ ਹਨ ਉਹ ਵੀ ਮੋਸਟਲੀ ਬੀਜੇਪੀ ਦੇ ਨਾਲ ਹੀ ਸੰਬੰਧਿਤ ਹਨ ਤੇ ਇੱਕ ਪਾਰਟੀ ਹੈ, ਇਸ ਕਰਕੇ ਰਾਜਨੀਤਿਕ ਇਕਰੂਪਤਾ ਹੈ। ਉਹਨਾਂ ਦੀ ਪੋਲੀਟੀਕਲ ਜਿਹੜੀ ਵਿਚਾਰਧਾਰਾ ਹੈ, ਪੋਲੀਟੀਕਲ ਥਾਟ ਹੈ, ਉਹਨਾਂ ਦੇ ਸਭ ਦੇ ਸੇਮ ਹਨ। ਸੋ ਇਹ ਸੰਸਦੀ ਸਰਕਾਰ ਲਈ ਜ਼ਰੂਰੀ ਹੈ। ਪਰ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਵਿੱਚ ਪੋਲੀਟੀਕਲ ਹੋਮੋਜੀਨਿਟੀ ਜਿਹੜੀ ਹੈ ਉਸ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਜਿਹੜੇ ਉੱਥੋਂ ਦੇ ਚੀਫ ਐਗਜ਼ੀਕਿਊਟਿਵ, ਸਪੋਜ਼ ਆਪਾਂ ਅਮਰੀਕਾ ਦੀ ਫੇਰ ਗੱਲ ਕਰ ਰਹੇ ਹਾਂ ਕਿ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਹਨ ਉਹ ਜਿਹੜਾ ਆਪਣਾ ਮੰਤਰੀ ਮੰਡਲ ਫਾਰਮ ਕਰਦੇ ਹਨ, ਉਹ ਜਦੋਂ ਉਹਨਾਂ ਦੀ ਜਿਹੜੀ ਕਾਰਜਕੁਸ਼ਲਤਾ ਹੈ, ਅਲੱਗ-ਅਲੱਗ ਜਿਹੜੇ ਮੰਤਰੀ ਲੈਂਦੇ ਹਨ ਉਹਨਾਂ ਦੀ ਕਾਰਜਕੁਸ਼ਲਤਾ ਉਹਨਾਂ ਦੇ ਗੁਣਾਂ ਦੇ ਆਧਾਰ ਤੇ ਚੋਣਾਂ ਕਰਦੇ ਹਨ, ਬਲਕਿ ਉਹ ਪੋਲੀਟੀਕਲ ਆਧਾਰ ਤੇ ਉਹਨਾਂ ਦੀ ਚੋਣ ਜਿਹੜੀ ਉਹਨਾਂ ਦੀ ਸਿਲੈਕਸ਼ਨ ਉਹ ਨਹੀਂ ਕਰਦੇ। ਸੋ ਦਿਸ ਇਜ਼ ਆਲਸੋ ਦਾ ਬਿਗ ਡਿਫਰੈਂਸ ਬਿਟਵੀਨ ਦਾ ਪ੍ਰੈਜ਼ੀਡੈਂਸ਼ੀਅਲ ਐਂਡ ਪਾਰਲੀਮੈਂਟਰੀ ਗਵਰਨਮੈਂਟ। ਦੈਨ ਵਿਧਾਨਪਾਲਿਕਾ ਦੇ ਹੇਠਲੇ ਸਦਨ ਨੂੰ ਭੰਗ ਕਰਨ ਸੰਬੰਧੀ ਅੰਤਰ। ਡਿਫਰੈਂਸ ਇਨ ਰਿਗਾਰਡ ਟੂ dissolution of the lower house of the legislature। ਸਟੂਡੈਂਟਸ, ਇੰਡੀਆ ਦੇ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੈ। ਇੱਥੇ ਲੋਕ ਸਭਾ ਨੂੰ ਬਹੁਤ ਵਾਰੀ ਭੰਗ ਕੀਤਾ ਗਿਆ ਜਦੋਂ ਵੀ ਪ੍ਰਾਈਮ ਮਿਨਿਸਟਰ ਤੇ ਮੰਤਰੀ ਮੰਡਲ ਦਾ ਕੌਨਫੀਡੈਂਸ ਜਿਹੜਾ ਹੈ ਉਹ ਲੈਜਿਸਲੇਚਰ ਵਿੱਚ ਨਹੀਂ ਰਿਹਾ, ਮੈਂਬਰਸ ਜਿਹੜੇ ਐਮਪੀਜ਼ ਉਹਨਾਂ ਦੇ ਨਾਲ ਨਹੀਂ ਰਹੇ, ਤਾਂ ਬਹੁਤ ਵਾਰੀ ਸਾਡੇ ਦੇਸ਼ ਵਿੱਚ ਲੋਕ ਸਭਾ ਜਿਹੜੀ ਹੈ ਭੰਗ ਹੋਈ ਹੈ। 93 'ਚ ਵੀ ਹੋਈ, 96 ਵਿੱਚ ਦੁਬਾਰਾ ਇਲੈਕਸ਼ਨਸ ਹੋਈਆਂ ਤੇ ਇੱਕ ਵਾਰੀ ਪਹਿਲਾਂ ਵੀ ਹੋਈ। ਸੋ ਇਸ ਤਰ੍ਹਾਂ ਇਹਦਾ ਜਿਹੜਾ ਲੈਜਿਸਲੇਚਰ ਦਾ ਟਨਿਓਰ ਹੈ ਉਹ ਫਿਕਸ ਨਹੀਂ ਹੈ। ਜਦੋਂ ਵੀ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਜਿਹੜੀ ਲੋਕ ਸਭਾ ਹੈ ਭਾਰਤ ਦੇ ਵਿੱਚ ਉਹ ਭੰਗ ਹੋ ਜਾਂਦੀ ਹੈ।
ਸੋ ਇਸ ਬਟ ਇਨ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਿਹੜਾ ਲੋਅਰ ਹਾਊਸ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵ, ਉਹ ਉੱਥੇ 2 ਸਾਲ ਲਈ ਚੁਣਿਆ ਜਾਂਦਾ ਹੈ ਅਮਰੀਕਾ ਦੇ ਵਿੱਚ, ਔਰ ਉਹ 2 ਸਾਲ ਲਈ ਹੀ ਆਪਣੇ ਟਨਿਓਰ ਦੇ ਉੱਤੇ ਕਾਇਮ ਰਹਿੰਦਾ ਹੈ, ਉਸ ਨੂੰ ਸਮੇਂ ਤੋਂ ਪਹਿਲਾਂ ਭੰਗ ਨਹੀਂ ਕੀਤਾ ਜਾ ਸਕਦਾ। ਸੋ ਦਿਸ ਇਜ਼ ਆਲਸੋ ਮੇਨ ਡਿਫਰੈਂਸ that in parliamentary government the lower house can be dissolved before the tenure, but in presidential government the lower house cannot be dissolved, it is elected for a fixed time। so I hope ਕਿ ਤੁਹਾਨੂੰ ਸਟੂਡੈਂਟਸ ਸਮਝ ਆ ਗਿਆ ਅਸੀਂ ਕੀ ਡਿਸਕਸ ਕੀਤਾ ਇਹਦੇ ਵਿੱਚ। ਪ੍ਰਧਾਨਗੀ ਸਰਕਾਰ ਕੀ ਹੈ, ਜਿਸ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਆਪਸ 'ਚ ਕੋਈ ਸਬੰਧ ਨਹੀਂ ਹੁੰਦਾ। ਚੀਫ ਐਗਜ਼ੀਕਿਊਟਿਵ ਹੀ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ ਐਂਡ ਹੀ ਇਜ਼ ਦਾ ਰੀਅਲ ਚੀਫ ਐਗਜ਼ੀਕਿਊਟਿਵ, ਮੀਨਸ ਕਿ ਸਾਰੀਆਂ ਵਾਸਤਵਿਕ ਕਾਰਜ ਸਾਧਕ ਹੈ, ਔਰ ਸਟੇਟ ਤੇ ਗਵਰਨਮੈਂਟ ਦਾ ਇੱਕ ਹੀ ਚੀਫ ਐਗਜ਼ੀਕਿਊਟਿਵ ਹੁੰਦਾ ਹੈ। ਦੈਨ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਵਿੱਚ ਕੋਈ ਸਬੰਧ ਨਹੀਂ ਹਨ। ਕਿਹੜੇ ਕਿਹੜੇ ਦੇਸ਼ਾਂ ਵਿੱਚ ਹੈ, ਅਮਰੀਕਾ ਹੈ, ਫਰਾਂਸ ਹੈ, ਜਰਮਨੀ ਹੈ। ਫਿਰ ਅਸੀਂ ਉਹਦੇ ਮੈਰਿਟਸ ਕੀਤੇ, ਡੀਮੈਰਿਟਸ ਕੀਤੇ, ਦੈਨ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਡਿਸਕਸ ਕੀਤਾ। ਸੋ ਵਿਸ਼ੇਸ਼ਤਾਵਾਂ 'ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ, ਮੈਰਿਟਸ 'ਤੇ ਪੁੱਛਿਆ ਜਾ ਸਕਦਾ ਹੈ, ਡੀਮੈਰਿਟਸ 'ਤੇ ਆਬਜੈਕਟਿਵ ਟਾਈਪ ਦੇ ਵਿੱਚ ਕਿਹੜੇ ਕਿਹੜੇ ਦੇਸ਼ ਵਿੱਚ ਪ੍ਰਧਾਨਗੀ ਸਰਕਾਰ ਹੈ। ਐਂਡ ਦੈਨ ਅਸੀਂ ਕੀਤਾ ਮੇਨ ਡਿਫਰੈਂਸ ਕੀ ਹੈ ਪਾਰਲੀਮੈਂਟਰੀ ਤੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵਿੱਚ। ਸੋ ਆਈ ਹੋਪ ਕਿ ਸਟੂਡੈਂਟਸ ਤੁਹਾਨੂੰ ਸਮਝ ਆ ਗਿਆ ਹੋਏਗਾ। ਥੈਂਕ ਯੂ very much. Have a nice day.